ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾਡ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਕੁੰਭੈ ਬੱਧਾ ਜਲ ਰਹੈ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਕਵਨ ਵਡਾਈ ਕਹਿ ਸਕੂੰ, ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ, ਨਾਨਕ ਦਰ ਸਰੀਤਾ। ਪਰਮ ਸਨਮਾਨ ਸਤਿਕਾਰਯੋਗ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਰਾਤਰੀ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ। ਗੁਰੂ ਰੂਪ ਗੁਰੂ ਕੀ ਸਾਜੀ ਔਰ ਨਿਵਾਜੀ ਸਨਮਾਨ ਔਰ ਸਤਿਕਾਰਯੋਗ ਸਾਧ ਸੰਗਤ, ਸਤਿਗੁਰੂ ਜੀ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਈਆਂ ਹਨ। ਸਾਨੂੰ ਆਪਣੀ ਪਾਵਨ ਗੋਦ
ਪਾਵਨ ਹਜ਼ੂਰੀ ਪਾਵਨ ਦਰਬਾਰ ਦੀ ਦਾਤ ਬਖਸ਼ੀ ਔਰ ਗੁਰੂ ਕੇ ਦਰਬਾਰ ਵਿਖੇ ਜੁੜ ਕੇ ਰੋਜ਼ਾਨ ਦੀ ਤਰ੍ਹਾਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਹਨ ਔਰ ਇਹਨਾਂ ਘੜੀਆਂ ਨੂੰ ਸਫਲਾ ਬਣਾਇਆ, ਸਕਾਰਤ ਬਣਾਇਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਸਾਡੇ ਜੀਵਨ ਦਾ ਚਾਨਣ ਮੁਨਾਰਾ ਹੈ, ਗਿਆਨ ਸਰੋਤ ਹੈ, ਗੁਰੂ ਹੈ ਔਰ ਗੁਰਬਾਣੀ ਦੇ ਰਾਹੀਂ ਹੀ ਸਾਡੀ ਗਤ ਹੈ, ਸਾਡੀ ਪੱਤ ਹੈ, ਸਾਡਾ ਉਧਾਰ ਹੈ, ਸਾਡਾ ਨਿਸਤਾਰਾ ਹੈ। ਤੇ ਗੁਰੂ ਕੇ ਸਿੱਖ ਦਾ ਫਰਜ਼ ਹੈ ਕਿ ਉਹ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਗੁਰਬਾਣੀ ਨਾਲ ਜੁੜੇ, ਗੁਰ ਸ਼ਬਦ ਦੇ ਨਾਲ ਜੁੜੇ। ਗੁਰਬਾਣੀ ਦਾ ਪਾਠ ਵੀ ਸਿੱਖ ਕਰੇ, ਗੁਰਬਾਣੀ ਦਾ ਗਾਇਨ ਕੀਰਤਨ ਵੀ ਸਿੱਖ ਕਰੇ ਤੇ ਸੁਣੇ। ਗੁਰਬਾਣੀ ਦੀ ਵਿਚਾਰ ਦੇ ਨਾਲ ਵੀ ਗੁਰੂ ਕਾ ਸਿੱਖ ਜੁੜੇ ਔਰ ਗੁਰਬਾਣੀ ਦੀ ਕਮਾਈ ਗੁਰੂ ਕਾ ਸਿੱਖ ਕਰੇ, ਕਿਉਂਕਿ ਇਹ ਬਾਣੀ ਨਾ ਕੇਵਲ ਪੜ੍ਹਨ ਸੁਣਨ ਦੇ ਗਾਉਣ ਦੇ ਲਈ ਹੈ, ਬਲਕਿ ਇਹ ਬਾਣੀ ਕਮਾਈ ਦੇ ਲਈ ਹੈ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਕਹਿੰਦੇ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਬਾਣੀ ਨੂੰ ਮੰਨ ਲਿਆ, ਗੁਰੂ ਦੀ ਆਗਿਆ ਨੂੰ ਮੰਨ ਲਿਆ, ਉਹਨਾਂ ਦਾ ਫਿਰ ਗਾਵਿਆ ਵੀ ਕਬੂਲ, ਉਹਨਾਂ ਦਾ ਪੜ੍ਹਿਆ ਵੀ ਕਬੂਲ, ਉਹਨਾਂ ਦਾ ਸੁਣਿਆ ਵੀ ਕਬੂਲ, ਉਹਨਾਂ ਦਾ ਵਿਚਾਰਿਆ ਵੀ ਕਬੂਲ। ਸੋ ਸਤਿਗੁਰੂ ਮਿਹਰ ਕਰਨ। ਜੇ ਗੁਰੂ ਨੇ ਰਹਿਮਤ ਕਰਕੇ ਸਾਨੂੰ ਇੰਨਾ ਉਦਮ ਬਖਸ਼ ਦਿੱਤਾ ਹੈ, ਬਖਸ਼ਿਆ ਹੈ, ਆਪਾਂ ਗੁਰੂ ਕੀ ਬਾਣੀ ਪੜ੍ਹ ਰਹੇ ਹਾਂ, ਗੁਰੂ ਕੀ ਬਾਣੀ ਗਾ ਰਹੇ ਹਾਂ, ਗੁਰੂ ਕੀ ਬਾਣੀ ਵਿਚਾਰ ਰਹੇ ਹਾਂ, ਤੇ ਗੁਰੂ ਅੱਗੇ ਇਹ ਹੱਥ ਜੋੜ ਕੇ ਬੇਨਤੀ ਕਰਨੀ ਹੈ, ਮੇਰੇ ਦਾਤਾ ਜੀ, ਇਹ ਜਿੱਥੋਂ ਤੱਕ ਦਾ ਉਦਮ ਹੁਣ ਤੱਕ ਅਸੀਂ ਕੀਤਾ ਹੈ, ਇਹ ਉਦਮ ਵੀ ਤੁਹਾਡੀ ਰਹਿਮਤ ਸਦਕਾ ਹੋਇਆ ਹੈ, ਸਾਡੇ ਆਪਣੇ ਜ਼ੋਰ ਦੇ ਨਾਲ ਨਹੀਂ ਹੋਇਆ। ਤੁਸੀਂ ਰਹਿਮਤ ਕੀਤੀ, ਉਦਮ ਬਖਸ਼ਿਆ, ਹਿੰਮਤ ਬਖਸ਼ੀ, ਇੱਥੋਂ ਤੱਕ ਦਾ ਅਸੀਂ ਉਦਮ ਕੀਤਾ। ਤੇ ਦਾਤਾ ਜਿੱਦਾਂ ਹੁਣ ਤੱਕ ਉਦਮ ਬਖਸ਼ਿਆ ਜੇ, ਨਦਰ ਵਰਤਾਈ ਜੇ, ਇੱਦੋਂ ਅੱਗੇ ਵੀ ਇਸੇ ਤਰ੍ਹਾਂ ਰਹਿਮਤਾਂ, ਬਖਸ਼ਿਸ਼ਾਂ ਤੇ ਮਿਹਰਾਂ ਭਰੀਆਂ ਨਦਰਾਂ ਵਰਤਾਇਓ ਤੇ ਸਾਨੂੰ ਆਪਣੇ ਪਾਵਨ ਬਚਨਾਂ ਦੀ ਕਮਾਈ ਦੇ ਰਸਤੇ 'ਤੇ ਵੀ ਤੋਰਿਓ, ਤਾਂ ਕਿ ਸਾਡਾ ਇੱਥੋਂ ਤੱਕ ਦਾ ਤੁਰਿਆ ਵੀ ਅੱਗੇ ਸਫਲ ਪਵੇ। ਹੁਣ ਮਨੁੱਖ ਮੰਜ਼ਿਲ ਦੇ ਨੇੜੇ ਪਹੁੰਚ ਜਾਵੇ, ਮੰਜ਼ਿਲ 'ਤੇ ਨਹੀਂ ਪਹੁੰਚਿਆ, ਉਹ ਵੀ ਰਸਤੇ 'ਚ ਹੀ ਹੈ, ਭਾਵੇਂ ਬਿਲਕੁਲ ਨੇੜੇ ਪਹੁੰਚ ਗਿਆ ਹੈ। ਤੇ ਇੱਕ ਮਨੁੱਖ ਅਜੇ ਬਸ ਕੁਝ ਕਦਮ ਤੁਰਿਆ ਹੈ, ਮੰਜ਼ਿਲ ਉਹਦੇ ਤੋਂ ਬਹੁਤ ਦੂਰ ਹੈ, ਉਹ ਵੀ ਸਫ਼ਰ ਦੇ ਵਿੱਚ ਹੈ। ਇੱਕ ਅੱਧ ਦੇ ਵਿੱਚ ਹੈ, ਉਹ ਵੀ ਸਫ਼ਰ ਦੇ ਵਿੱਚ ਹੈ। ਤਿੰਨੇ ਸਫ਼ਰ ਦੇ ਵਿੱਚ ਹਨ। ਫਰਕ ਇੰਨਾ ਹੈ ਕਿ ਜਿਹੜਾ ਨੇੜੇ ਹੈ ਉਹਨੂੰ ਥੋੜ੍ਹੀ ਕੁ ਹਿੰਮਤ ਹੋਰ ਕਰਨ ਦੀ ਲੋੜ ਹੈ, ਉਹ ਮੰਜ਼ਿਲ 'ਤੇ ਜਲਦੀ ਪਹੁੰਚ ਜਾਏਗਾ। ਜਿਹੜਾ ਅੱਧ 'ਚ ਹੈ ਉਹਨੂੰ ਅਜੇ ਬਹੁਤੇ ਯਤਨ ਦੀ ਲੋੜ ਹੈ, ਤੇ ਜਿਹਨੇ ਅਜੇ ਸਫ਼ਰ ਸ਼ੁਰੂ ਹੀ ਕੀਤਾ ਹੈ ਉਹਨੂੰ ਅਜੇ ਬਹੁਤ ਜ਼ਿਆਦਾ ਯਤਨ ਦੀ ਲੋੜ ਹੈ। ਚੱਲ ਤਿੰਨੇ ਰਹੇ ਹਨ, ਮੰਜ਼ਿਲ ਦਾ ਫਾਸਲਾ ਵੱਖਰਾ ਵੱਖਰਾ ਹੈ। ਸੋ ਪਹੁੰਚ ਗਿਆ ਤੇ ਮਨੁੱਖ ਉਹ ਸਕਾਰਤ ਹੈ, ਉਹਦਾ ਚੱਲਿਆ ਹੋਇਆ ਸਫਲ ਹੈ ਜਿਹੜਾ ਪਹੁੰਚ ਗਿਆ। ਤੇ ਜਿਹੜਾ ਅਜੇ ਨਹੀਂ ਪਹੁੰਚਿਆ, ਹੋ ਸਕਦਾ ਅਖੀਰ 'ਤੇ ਜਾ ਕੇ ਵੀ ਕੋਈ ਰੁਕਾਵਟ ਆਵੇ ਤੇ ਉਹ ਨਾ ਪਹੁੰਚ ਸਕੇ। ਸੋ ਚੱਲ ਰਹੇ ਹਾਂ ਆਪਾਂ, ਇਹ ਗੁਰੂ ਨੇ ਰਹਿਮਤ ਕੀਤੀ ਆ, ਬੈਠੇ ਨਹੀਂ ਹਾਂ, ਚੱਲ ਰਹੇ ਹਾਂ। ਗੁਰੂ ਕਿਰਪਾ ਕਰੇ
ਬਾਂਹ ਪਕੜ ਸਤਿਗੁਰ ਨਿਸਤਾਰਾ। ਸਤਿਗੁਰੂ ਆਪ ਤਰੁੱਠ ਕੇ ਰਹਿਮਤ ਬਖਸ਼ ਕੇ ਸਾਨੂੰ ਮੰਜ਼ਿਲ ਤੱਕ ਪਹੁੰਚਾਉਣ। ਸਾਡਾ ਇੱਥੋਂ ਤੱਕ ਦਾ ਕੀਤਾ ਹੋਇਆ ਉਦਮ ਵੀ ਸਫਲ ਪਵੇ। ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਗੱਜ ਵੱਜ ਕੇ ਪਿਆਰ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਤੋਂ ਸਾਜੇ ਔਰ ਨਿਵਾਜੇ ਹੋਏ ਸਿਰਮੌਰ ਤੇ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਅੰਮ੍ਰਿਤਮਈ ਮੁਬਾਰਕ ਰਸਨਾ ਤੋਂ ਉਚਾਰਨ ਜੋ ਪਾਵਨ ਕਬੀਰ ਸਾਹਿਬ ਜੀ ਦੇ ਅੰਮ੍ਰਿਤਮਈ ਸ਼ਲੋਕ ਹਨ, ਸਾਨੂੰ ਜੀਵਨ ਦੀ ਬਹੁਪੱਖੀ ਅਗਵਾਈ ਬਖਸ਼ਦੀ ਹੈ। ਕਬੀਰ ਬਾਣੀ, ਕਬੀਰ ਸਾਹਿਬ ਜੀ ਦੇ ਪਾਵਨ ਬਚਨ। ਉਹਨਾਂ ਨੇ ਆਪਣੇ ਸ਼ਬਦਾਂ ਦੇ ਰਾਹੀਂ ਵੀ ਬਹੁਤ ਸਾਰੀਆਂ ਸਾਡੇ ਜੀਵਨ ਦੀਆਂ ਗੁੰਝਲਾਂ ਨੂੰ ਸੁਲਝਾਇਆ ਹੈ ਔਰ ਉਹਨਾਂ ਨੇ ਆਪਣੇ ਪਾਵਨ ਸ਼ਲੋਕਾਂ ਦੇ ਰਾਹੀਂ ਵੀ ਜੀਵਨ ਦੀ ਸਾਨੂੰ ਬਹੁਤ ਨਿਰਮਲ, ਬਹੁਤ ਸੁਚੱਜੀ ਤੇ ਸਪਸ਼ਟ ਸੇਧ ਪ੍ਰਦਾਨ ਕੀਤੀ ਹੈ, ਤਾਂ ਕਿ ਜਿਸ ਮੰਜ਼ਿਲ ਤੱਕ ਕਬੀਰ ਸਾਹਿਬ ਆਪ ਪਹੁੰਚੇ ਹਨ ਅਸੀਂ ਵੀ ਉਸ ਮੰਜ਼ਿਲ ਤੱਕ ਪਹੁੰਚ ਸਕੀਏ। ਇਹ ਜੋ ਬਾਣੀ ਹੈ ਕਬੀਰ ਸਾਹਿਬ ਦੀ ਨਿਰੰਕਾਰ ਵਾਹਿਗੁਰੂ ਦੇ ਨਾਲ ਇੱਕ ਮਿਕਤਾ ਹੋਈ ਔਰ ਉਸ ਇੱਕ ਮਿਕਤਾ ਦੇ ਵਿੱਚੋਂ ਜੋ ਅਨੁਭਵ ਤੇ ਜੋ ਗਿਆਨ ਪ੍ਰਗਟ ਹੋਇਆ ਉਹਨੂੰ ਕਬੀਰ ਸਾਹਿਬ ਨੇ ਸ਼ਬਦਾਂ ਅੱਖਰਾਂ ਦੇ ਰੂਪ ਦੇ ਵਿੱਚ ਅੱਗੇ ਲਿਖ ਕੇ ਤੇ ਸਾਡੇ ਤੱਕ ਪਹੁੰਚਾਇਆ ਹੈ। ਉਹ ਕਹਿੰਦੇ ਲੋਕ ਜਾਣੈ ਇਹ ਗੀਤ ਹੈ, ਕਿਉਂਕਿ ਆਪਣੀ ਆਪਣੀ ਮੱਤ ਹੈ ਨਾ। ਕਈ ਵਾਰ ਘੱਟ ਮੱਤ ਕਰਕੇ ਬੰਦਾ ਹੀਰੇ ਨੂੰ ਵੀ ਕੌਡੀ ਸਮਝ ਕੇ ਗਵਾ ਦਿੰਦਾ ਹੈ। ਕਬੀਰ ਸਾਹਿਬ ਨੇ ਆਪਣੇ ਸ਼ਲੋਕਾਂ ਅੰਦਰ ਇੱਕ ਜਗ੍ਹਾ ਤੇ ਲਿਖਿਆ ਵੀ ਹੈ, ਕਬੀਰ ਏਕ ਅਚੰਭੋ ਦੇਖਿਆ ਹੀਰਾ ਹਾਟ ਬਕਾਏ। ਹੁਣ ਹੀਰੇ ਵਿਕਦੇ ਨੇ ਦੁਨੀਆ ਅੰਦਰ, ਪਰ ਹੀਰੇ ਕਿੱਥੇ ਵਿਕਦੇ ਹਨ? ਜੌਹਰੀਆਂ ਦੀਆਂ ਦੁਕਾਨਾਂ ਤੇ। ਇਹ ਨਹੀਂ ਕਿ ਕਿਸੇ ਸਬਜ਼ੀ ਮੰਡੀ 'ਚ ਹੀਰੇ ਵਿਕ ਰਹੇ ਹੋਣ ਜਾਂ ਕੋਈ ਇੱਦਾਂ ਹੀ ਰੇੜੀ ਫੜੀ ਵਾਲਾ ਹੀਰੇ ਵੇਚ ਰਿਹਾ ਹੋਵੇ। ਹੀਰੇ ਇੱਦਾਂ ਕੋਈ ਨਹੀਂ ਵਿਕਦੇ ਹਨ। ਪਰ ਕਬੀਰ ਸਾਹਿਬ ਕਹਿੰਦੇ ਮੈਂ ਇੱਕ ਹੈਰਾਨ ਕਰ ਦੇਣ ਵਾਲਾ ਕੌਤਕ ਵੇਖਿਆ, ਹੀਰਾ ਹਾਟ ਬਕਾਏ। ਇੱਦਾਂ ਹੀ ਰੇੜੀਆਂ ਫੜੀਆਂ ਤੇ ਕਹਿੰਦੇ ਹੀਰੇ ਨੂੰ ਵਿਕਦਾ ਵੇਖਿਆ। ਔਰ ਬੰਜਨ ਹਾਰੇ ਬਾਹਰਾ ਕੌਡੀ ਬਦਲਿਆ ਜਾਏ। ਜਿੱਦਾਂ ਦਾ ਵੇਚਣ ਵਾਲਾ ਉੱਦਾਂ ਦੇ ਅੱਗੇ ਖਰੀਦਣ ਵਾਲੇ। ਨਾ ਵੇਚਣ ਵਾਲੇ ਨੂੰ ਪਹਿਚਾਣ ਨਾ ਖਰੀਦਣ ਵਾਲਿਆਂ ਨੂੰ ਪਛਾਣ। ਤੇ ਹੋਇਆ ਕੀ, ਜਿਹੜਾ ਲੱਖਾਂ ਦਾ ਹੀਰਾ ਸੀ ਉਹ ਕਰੋੜਾਂ ਦਾ ਹੀਰਾ ਸੀ, ਉਹ ਵੀ ਕਹਿੰਦੇ ਹੁਣ ਕੌਡੀਆਂ ਦੇ ਭਾਅ ਵਿਕਦਾ ਪਿਆ ਹੈ। ਕੀਮਤ ਨਹੀਂ ਪਤਾ ਹੈ, ਮੁੱਲ ਨਹੀਂ ਪਤਾ ਹੈ। ਤੇ ਜੇ ਕਿਸੇ ਵਸਤੂ ਦਾ ਕੀਮਤ ਦਾ ਮੁੱਲ ਨਾ ਪਤਾ ਹੋਵੇ ਤੇ ਬੰਦਾ ਇਹ ਸੱਚ ਹੈ ਹੀਰੇ ਨੂੰ ਵੀ ਪੱਥਰ ਸਮਝਦਾ, ਕੌਡੀ ਸਮਝਦਾ। ਇੱਥੋਂ ਤੱਕ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ ਕੋਹੇ ਨੂਰ ਹੀਰਾ, ਜਿਹੜਾ ਸ਼ਾਹ ਸੁਜਾ ਤੋਂ ਚੱਲਦਿਆਂ ਹੋਇਆ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ। ਅੱਜ ਇੰਗਲੈਂਡ ਹੈ। ਅੰਗਰੇਜ਼ ਜਿਸ ਵਕਤ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਕੀਤਾ ਹੋਇਆ ਸਿੱਖ ਰਾਜ ਅੰਗਰੇਜ਼ ਹਕੂਮਤ ਨੇ ਹੜੱਪਿਆ ਡੋਗਰਿਆਂ ਦੀ ਬੇਈਮਾਨੀ ਕਰਕੇ। ਤੇ ਜੋ ਖਾਲਸਾ ਰਾਜ ਦੀਆਂ ਅਮਾਨਤਾਂ ਸਨ ਉਹ ਵੀ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲਈਆਂ ਤੇ ਕੋਹੇ ਨੂਰ ਹੀਰਾ ਵੀ ਉਹਨਾਂ ਦੇ ਕੋਲ ਪਹੁੰਚ ਗਿਆ। ਖੈਰ ਉਸ ਹੀਰੇ ਬਾਰੇ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਉਹ ਵੀ ਕਿਸੇ ਅਣਜਾਣ ਅਣਭੋਲ ਵਿਅਕਤੀ ਦੇ ਕੋਲ ਸੀ ਤੇ ਉਹਨੇ ਵੀ ਸਮਝਿਆ ਕਿ ਸ਼ਾਇਦ ਇੱਦਾਂ ਕੋਈ ਪੱਥਰ ਹੀ ਆ ਤੇ ਬੱਚੇ ਉਹਦੇ ਨਾਲ ਖੇਡਦੇ ਸਨ। ਪਤਾ ਨਹੀਂ ਸੀ ਕਿ ਇਹ ਤੇ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਹੈ। ਤੇ ਨਾ ਜਾਣਨ ਕਰਕੇ ਉਹਨਾਂ ਨੇ ਹੀਰੇ ਨੂੰ ਵੀ ਪੱਥਰ ਸਮਝਿਆ, ਹੀਰੇ ਨੂੰ ਵੀ ਪੱਥਰ ਸਮਝਿਆ। ਅਤ ਉੱਤਮ ਵਿਚਾਰ ਵੀ ਮਨੁੱਖ ਅਗਿਆਨਤਾ ਕਰਕੇ ਸਮਝਦਾ, ਬਸ ਐਵੇਂ ਹੀ ਗੱਲਾਂ ਹਨ, ਕਿਉਂਕਿ ਸਮਝ ਨਹੀਂ ਹੈ। ਜਿੰਨੀ ਦੇਰ ਤੱਕ ਚੀਜ਼ ਦੇ ਮੁੱਲ ਦਾ ਪਤਾ ਨਹੀਂ ਹੈ ਉਨੀ ਦੇਰ ਤੱਕ ਉਹਦੀ ਸੰਭਾਲ ਵੀ ਨਹੀਂ ਹੈ, ਉਹਦੀ ਕਦਰ ਵੀ ਨਹੀਂ ਹੈ। ਤੇ ਕਬੀਰ ਸਾਹਿਬ ਕਿਉਂਕਿ ਰਾਮ ਕਬੀਰਾ ਏਕ ਭਇਓ ਹੈ, ਕੋਈ ਨਾ ਸਕੈ ਪਛਾਣੀ। ਪਰਮਾਤਮਾ ਦੇ ਨਾਲ ਅਭੇਦ ਇੱਕ ਮਿਕ ਹੋਏ ਔਰ
उस एक मिकता दे विचों एक रूहानी ज्ञान प्रगट होया है। ये जिहड़ी बाणी है ये एवें कोई विचार नहीं है, किसी दे मन फुरियां कवितावां नहीं हैं कि इदां ही बैठिया बिठाया कुछ गल्लां फुर गईयां ते लिख दित्तियां। ये भगतां गुरु साहबाना भट्टां गुरसिखां दी परमेश्वर दे नाल एक मिकता चों जिहड़ा ज्ञान अमृत धारा प्रगट होई है वह है अमृत बाणी। रूहानी ज्ञान, जीवत ज्ञान, अंदर नूं रस भरपूर करन वाला ज्ञान ते परमेश्वर दे घर तो आया होया ज्ञान, परमेश्वर दे घर तक खड़न वाला ज्ञान। कबीर साहब दे बचन कहंदे लोग जाने ये गीत है, क्योंकि उन्हां दी अपनी अल्प मत है। वो कौडी नूं पत्थर, वो हीरे नूं पत्थर समझदे हन, कौडी समझदे हन। ब्रह्म ज्ञान भी उन्हां दे लई कोई दुनिया की कविता लगदी है, कोई गीत लगदा है। पर कहंदे सच ये है, ये तो ब्रह्म ज्ञान, ये तो रब्बी घर दा ज्ञान है। लोग जाना ये गीत है, ये तो ब्रह्म विचार। जो काशी उपदेश होवा मानस मरती बार, कोई गावे को सुने हर नामा चित लाए, कहो कबीर संशय नहीं अंत परम गत पाए। ये जड़ा ज्ञान है ये अखीर परम गत तक पहुँचाण वाला है, मंजिल तक पहुँचाण वाला। जिहड़ी आपां आरंभ च गल कीती है तां नेड़े है, पर है सफ़र दे विच है, अजे मंजिल ते पहुँचिया नहीं है। अजे जिवें आपां किसी मित्र नूं मिलण दे लई जाइए ते हुण मित्र दे घर तो आपां अद्धा पौना मील अजे पिछे हाँ, उहदा फोन आवे कित्थे हो, आपां ये नहीं कहिंदे कि असीं पहुँच गए हाँ, असीं 50 मील 20 मील सफ़र कर लिया पहुँच, असीं कहिंदे बस हुण अद्धा मील रह गया, बस पहुँचण वाले। भाव अजे थोड़ा है, भावें फासला है। हुण वो जिहड़ा जीवन दा थोड़ा फासला, जीवन दा बहुता फासला है, वो फासला ये रब्बी ज्ञान पूरा करन वाला ते करवाउण वाला, इहदे सहारे आपां ऐन फाइनल डिस्टेंस तक पहुँच सकते हाँ, मंजिल तक पहुँच सकते हाँ। सो कबीर साहब सानू जीवन का बहुपक्षी ज्ञान अपनी पावन पवित्र बाणी राही बख्शदे हन। सरीरक उपदेश, आत्मक अध्यात्मक उपदेश, समाजक उपदेश, परिवारक उपदेश, राजनीतिक उपदेश, सारा कुछ इस ज्ञान के सागर के अंदर मौजूद है। तो आपां हंस बन के इहदे चों ज्ञान दे हीरे रत्नां नूं ग्रहण करना है, ताकि साडा जीवन सकार्थ सफल बने। कबीर साहब जी वालों उच्चारण किए हुए 4 श्लोकां तक दी विचार आप जी ने पिछलिया दीवाना च श्रवण की है। अज 5 नंबर श्लोक अंदर कबीर साहब फरमान करते हैं, कबीर ऐसा एक आद जो जीवत मृतक होए। कबीर साहब कहते इदां दा कोई एक अध विरला वांझा ही हुंदा है जिहड़ा जिउंदा जी मुरदा है। हुण वेखो बाणी जदों आपां सतगुरां दी बाणी दे दर्शन करते हाँ तो गुरु साहब ने बाणी च कई तरह की मौत का जिक्र किया है। एक तो मौत जिहड़ी सीधी मौत है, आपां उस मौत बारे सब जानते हाँ। जदों शरीर के सुआस नहीं चलते, अंदर दा आत्मा रूपी पंछी उडारी मार गया, आपां कहंदे हाँ बंदे दी मौत हो गई है। कबीर साहब दे बचन हन, जब लग तेल दिए मुख बाती तब सूझै सब कोई, तेल जलै बाती ठहरानी सूना मंदर होई, रे बोरे तो घरी ना राखै कोई, तू राम नाम जप सोई। शरीरक मौत की उन्हें गल की, सुवासां रूपी तेल मुक गया, जीवन की जगदी हुई जोत बुझ गई ते बंदे की मौत हो गई। शरीर ते आत्मा का विछोड़ा पिया, मौत हो गई। इदों बिना बाणी ने एक दूजी मौत की गल भी की है, वह है आत्मक मौत। परमात्मा के नाम तो बंदगी तो मनुख टुटिया ते वो रब की याद तो टुटिया होया मनुख शरीरक तौर पर जिउंदा पिया है, पर गुरु कहते आत्मक तौर पर वो मुरदा है, आत्मक तौर पर मुरदा है।
क्योंकि रब तो टुटिया परमात्मा के नाम तो टुटिया है, जिन्हों सतगुरु स्पष्ट कहते हैं कि आखां जीवा विसरै मर जाऊँ। अपनी तक उन्हां गल कीती कि जे असीं भी उस मालक नूं ध्याउंदे हाँ, जपदे हाँ, जिउंदे हाँ, जे वो विसर गया समझो साडी मौत है। मरणं विसरणं गोविंद है। आपां सहस्कृति च भी विचारिया कि मौत परमात्मा नूं भुला देना ये मौत है। ਇਹਦੇ ਤੋਂ बिना एक तीजी मौत की गल भी गुरु की बाणी ने कीती है। वो मौत किहड़ी है? महाराज कहते उस मौते मरना चाहिए है जे अगे वधना, जे किसी मंजिल तक पहुँचना है। वो मौत की है? अपने अंदर दी हौमे नूं मार लेना, अपने अंदर दियां ख्वाहिशां नूं मार लेना, अपने अंदर दे लोभ ते लालच नूं खत्म कर लेना, अंदर दी पापी विकारी कामी अपराधी गुनाहगार बिरती नूं मार लेना। वो मौत कबीर साहब उस मौत की गल कर रहे हैं। सच ये है कि इत्थे शरीर करके तो सारे ही मरदे हैं, सारे मरदे हैं। इत्थे ज़मीर करके मरियां दी भी गिणती कोई थोड़ी नहीं है। ज़मीर करके मरियां दी, आत्मक मौते मरियां दी गिणती भी कोई थोड़ी नहीं है। पर जिन्हां ने अपने अंदर दियां वासनावां नूं मार लिया ते जीवन ऐन कमल फुल वर्गा बन गया, वो वासनावां नूं मार के जीवन वालियां दी गिणती बहुत घट है, ना मात्र है। महाराज कहंदे हैन विरले नाहिन घणे फैल फक्कड़ संसार, क्योंकि एक घालना दा मार्ग है। अपने अंदर दियां वासनावां नूं मारना, ख्वाहिशां नूं मारना, हंकार नूं मार लेना, मान होंदियां निमाणा बन के रहना, ताण होंदियां निताणा बन के रहना बहुत औखा है। क्योंकि एक सुभाव है मनुखी सुभाव। एक तो गुरु बाणी च कहंदे वखरे वखरे जीव हैं इस कादर दे साजे हुए कुदरत अंदर, ते जीवां नूं वखरे वखरे तरह के रोगां ने गरसिया होया है। उथे काम रोग मैगल बस कीना की गल सतगुरां कीती। मनुख की गल करदियां गुरु कहंदे हौमै रोग मानुख को दीना। मनुख नूं भावें रोग बड़े हैं, पर सब तो वड्डा रोग किहड़ा है? हंकार दा रोग जिहड़ा मनुख नूं लग्या होया है। ते ये मिट्टी दा पुतला है। ते थोड़ी जिन्नी भी सानू कोई प्राप्ति हुंदी है ते सब तो पहला प्रभाव किहड़ी चीज़ दा पैंदा है? हंकार दा, हौमे दा। जब कछ पावै तब गर्भ करत है। ते ओ गर्भ ओ हंकार मन च बैठा हुंदा है, जिस करके बंदा फिर झुकण दे लई तैयार नहीं हुंदा है, निवण दे लई तैयार नहीं हुंदा। क्योंकि अंदर हंकार है ते हंकार करके बांस दी तरह बंदा आकड़िया रहिंदा है, झुकदा नहीं है, झुकदा नहीं है। बखेड़ा जिन्ना मर्जी हो जावे कहंदा मैं नहीं झुकांगा, जो मर्जी हो जाए मैं नहीं झुकांगा। पर महाराज कहंदे जिन्हां ने अंदर दी साधना साधी, जिन्हां ने अंदर दी कमाई कीती, फिर वो ख्वाहिशां नूं मार के जिउंदे, वो हंकार नूं मार के जिउंदे हन। उन्हां दे मन च कोई हौमे नहीं, हंकार नहीं। धन गुरु नानक देव जी महाराज जी दे परम सिख, सिरमौर सिख, करीबन 50 साल गुरु नानक साहब जी की शरण च रह के कीर्तन करन वाले भाई मरदाना जी। हुण आम मनुख की साडी सारियां दी बिरती की है? साडे कोल चंगा धन भी होए ते साडा समाज अंदर चंगा नाम चंगा रुतबा भी होवे, लोग साडी वाह वाह करन, सानू याद करन। इहदे लई लोग कई तरह के कर्म करते ने, दान पुण्य भी करते ने, विखावा करते हैं कि साडी वडियाई समाज अंदर बनी रहे। गुरु नानक महाराज सच्चे पातशाह ते भाई मरदाना जी जिस वक्त महाराज चौथी उदासी समय वापस आ रहे सन करतारपुर नूं, ते खुरम नगर विखे भाई मरदाना जी ने अपना शरीर रूपी चोला छड्डिया। जदों ऐन अखीरला समा ते महाराज सच्चे पातशाह ने भाई मरदाने दा सीस गुरु नानक जी की गोद दे विच, हुण पता है अखीरला समा है, गुरु नानक भी जाणदे ते भाई मरदाने नूं भी पता कि हुण इस वासां दी जिहड़ी लड़ी है ये मुक्कण वाली है। और गुरु नानक महाराज कहण लगे भाई मरदाना जी बड़ी तुहाडी सेवा है। ये सच है कि जिन्नी घालना
गुरु नानक ने घाली है उन्नी घालना भाई मरदाने दी भी है। जे गुरु नानक रेत अक आहार कर रोड़ां दी गुर करी विछाई, ते भाई मरदाना भी रोड़ां ते लेटदा रहा है। भाई मरदाना भी रेत अक आहार करदा रहा है। लंबेरियां पैंडियां दा कष्ट जे गुरु नानक जी ने अपने पिंडे ते बर्दाश्त किया है, बराबर भाई मरदाने ने भी सारा कुछ बर्दाश्त किया है। पर रहे गुरु नानक जी दे नाल ही। बड़े तरह के संकट भाई मरदाने ते आए, पर भाई मरदाने ने गुरु नानक की संगत नहीं छड्डी। उन्हां दा जीवन साडे लई भी प्रेरणा स्रोत है कि जदों आपां गुरु दे नाल चलदे हां, गुरु दे मार्ग ते चलदे हां, बड़े तरह के उतरा चढ़ा आउंदे ने, दुख सुख आउंदे हन, पर जे भाई मरदाने की तरह गुरु नानक दा लड़ पकड़ी रखीए ते फिर गुरु नानक आपे बौड़ी करदे हन, आपे बौड़ी करदे ने। महाराज कहण लगे, मरदानिया बड़ी तेरी सेवा साडे नाल तू रहा है, कीर्तन तू कीता है, और जिन्नी गुरु नानक जी ने बाणी उचारण की, किन्निया भागां वाला भाई मरदाना। सब तो पहला निरंकार दे घर तो आए हुए बोल गुरु नानक जी दी रसना ते वरते, ते उदों बाद भाई मरदाने दे शरवणा तक बोल पहुँचते सन। सब तो पहला जे गुरु नानक जी की बाणी नूं किसी ने सुनिया है, वो कौन ने? भाई साहब मरदाना जी। सतगुरु कहण लगे, मरदानिया जे तू कवें ते तेरी ऐसी यादगार इत्थे बना दईए, रहिंदी दुनिया तक तेरे अस्थान ते लोग सलामा करते रहणगे, तेरी वडियाई हुंदी रहेगी, तेरी कोई समाध कोई यादगार बना देंदे हाँ। हुण वो जिहड़ी गल कबीर साहब कहंदे, जीवत मृतक होए दी अंदर नूं अंदर दियां वासनावां नूं जिन्ने मार लिया ना, ਉਹਦੀ क्या कमाल दी बिरती बनती। भाई मरदाना जी कहण लगे, गुरु नानक बाबा जी तुहाडी संगत च रहा हाँ, तुहाडे उपदेशां नूं सुनिया है, पढ़िया है, समझिया है, जीवन दा सच मैं जानिया है। महाराज सच्चे पातशाह जी, शरीर की है, ये भी एक कबर ही है जिहदे च आत्मा है, ते अज मसा मसा इस शरीर रूपी कबर चो समाध चो मुक्त होने का समा बनया है। हुण भाई मरदाने नूं कोई पत्थरां दी समाध दी कबर की जरूरत नहीं है, कोई ज़रूरत नहीं है कि मेरी यादगार बने, ते कोई मेरे नां दे झंडे झूलन, कोई रहिंदी दुनिया तक मरदाने दे अस्थान ते लोग सलामा करन। महाराज ऐसी कोई ख्वाहिश नहीं रही, तुहाडी संगत सदका, तुहाडी रहमत सदका। हाँ, जे तुसी तुरुठे हो, रहमतां बख्शिशां दे घर च आके पहलां भी मरदाने नूं नवाजदे रहे जे, अज भी जे मरदाने नूं निवाजण लगे हो, ते फिर मेरी इक्को बेनती दाता, जिद्दां सारी जिंदगी मरदाना गुरु नानक दे नाल रहा, जिद्दां सारी जिंदगी मरदाने नूं तुसी अपने चरनां च थां दित्ती, महाराज शरीर रवे ना रवे, मरदाना गुरु नानक दे चरनां च रहना चाहिए, होर कुछ नहीं चाहिए, होर कुछ नहीं चाहिए। ते गुरु नानक ने तुरुठ के कहा सी, जन्म साखियां वालियां ने बड़े प्यारे मिठे बोल लिखे हैं। महाराज कहण लगे, मरदानिया तेरे ते मेरे च काई अंतर नाही, जिथे मेरा वासा उथे तेरा वासा, जिथे मेरा वासा उथे तेरा वासा। ये है गुरु नानक जी की खुशी। ते ये खुशी किनू मिली? जिन्हें बिल्कुल अपना आपा गुरु नूं समर्पित कर दिता, जिन्हें अंदर दी हौमे हंकार मैं मेरी नूं बिल्कुल छड्ड दिता। महाराज कहंदे इदां दा कोई एक अध विरला ही हुंदा है, वो थोड़े ही हुंदे हन जिहड़े उस शिखर तक पहुँचते हैं, नहीं तो बहुतियां दा जीवन सफ़र दे विच हुंदा है। कोई सफ़र किसी ने आरंभ किया, कोई अध दे विच, कोई मंजिल दे नेड़े, पर ऐन मंजिल ते जिहड़ा पहुँच गया वो तो कोई विरला ही है, बहुत घट। कबीर ऐसा एक आद जो जीवत मृतक होए, निरपय होए कै गुण रवै, जत पेखूं तत सोए। ते कबीर साहब कहंदे वो जिहड़ा एक अद जीवत मृतक हो के जिउंदा, वासनावां नूं मार के जिउंदा है, उहदा जीवन बड़ा निरभै जीवन हुंदा है, बड़ा निरभै जीवन।
ਉਹ ਹਰ ਵਕਤ ਪਰਮਾਤਮਾ ਦੇ ਗੁਣ ਗਾਉਂਦਾ, ਮਾਲਕ ਦੀ ਵਡਿਆਈ ਕਰਦਾ ਹੈ ਤੇ ਉਹ ਹਰ ਜਗ੍ਹਾ ਤੇ ਮਾਲਕ ਨੂੰ ਵੇਂਦਾ ਹੈ। ਹਰ ਸਰੀਰ ਅੰਦਰ, ਹਰ ਕੱਟ ਅੰਦਰ। ਕਿੰਨੀ ਨਿਰਭੈਤਾ ਭਾਈ ਕਨ੍ਹਈਆ ਜੀ ਦੀ। ਸਿੱਖ ਮੈਦਾਨੇ ਜੰਗ ਦੇ ਵਿੱਚ ਠੀਕ ਹੈ ਪਹਾੜੀਆਂ ਤੇ ਮੁਗਲਾਂ ਦਾ ਮੁਕਾਬਲਾ ਕਰ ਰਹੇ ਨੇ, ਹੱਥਾਂ ਦੇ ਵਿੱਚ ਸ਼ਸਤਰ ਵੀ ਪਕੜੇ ਨੇ, ਹੱਥਾਂ ਦੇ ਵਿੱਚ ਢਾਲ ਵੀ ਫੜੀ ਹੈ। ਅਟੈਕ ਕਰਨ ਦੇ ਲਈ ਕਿਰਪਾਨਾਂ ਆਦਿਕ ਨੇ, ਆਪਣੇ ਆਪ ਨੂੰ ਬਚਾਉਣ ਦੇ ਲਈ, ਡਿਫੈਂਸ ਦੇ ਲਈ ਢਾਲ ਫੜੀ ਹੈ ਕਿ ਕੀ ਪਤਾ ਕਿੱਧਰੋਂ ਕਿਸੇ ਪਹਾੜੀ ਨੇ, ਕਿਸੇ ਮੁਗਲ ਨੇ ਵਾਰ ਕਰਨਾ, ਕੋਈ ਤੀਰ ਵੱਜੇ, ਕੋਈ ਤਲਵਾਰ ਵੱਜੇ, ਕੋਈ ਨੇਜਾ ਬਰਸ਼ਾ ਕਟਾਰ ਵੱਜੇ, ਸਰੀਰ ਖਤਮ ਹੋ ਜਾਏਗਾ। ਜਿਸ ਮੈਦਾਨ ਅੰਦਰ ਸ਼ਸਤਰ ਹੀ ਸ਼ਸਤਰ ਚੱਲਦੇ ਪਏ ਹਨ, ਉਸੇ ਮੈਦਾਨ ਅੰਦਰ ਉਹ ਬ੍ਰਹਮ ਗਿਆਨੀ ਪਾਣੀ ਦੀ ਮੁਸ਼ਕ ਲੈ ਕੇ ਵਿਚਰਦਾ ਪਿਆ ਹੈ। ਕੋਈ ਹੱਥ ਦੇ ਵਿੱਚ ਤਲਵਾਰ ਨਹੀਂ ਹੈ ਤੇ ਕੋਈ ਆਪਣੇ ਆਪ ਨੂੰ ਬਚਾਉਣ ਦੇ ਲਈ ਢਾਲ ਨਹੀਂ ਹੈ, ਕੋਈ ਸਰੀਰ ਤੇ ਸੰਜੋ ਨਹੀਂ ਪਹਿਨੀ ਹੋਈ ਹੈ ਕਿ ਮੇਰੇ ਸਰੀਰ ਨੂੰ ਤੀਰ ਨਾ ਲੱਗ ਜਾਵੇ, ਕੋਈ ਇੱਦਾਂ ਦਾ ਨਹੀਂ ਹੈ। ਤੇ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਹਰ ਇੱਕ ਚੋਂ ਪਰਮੇਸ਼ਰ ਦੀ ਜੋਤ ਵਹਿੰਦਿਆਂ ਹੋਇਆਂ ਤੇ ਉਹ ਭਖੇ ਮੈਦਾਨ ਅੰਦਰ ਵੀ ਪਾਣੀ ਪਿਲਾਉਂਦਾ ਪਿਆ ਹੈ, ਜਲ ਛਕਾਉਂਦਾ ਪਿਆ ਹੈ। ਉਹ ਬਿਰਤੀ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਉਹ ਬਿਰਤੀ ਹੈ ਜਿੱਥੇ ਹਰ ਜੀਵ ਦੇ ਵਿੱਚੋਂ ਪਰਮਾਤਮਾ ਦਿਸ ਰਿਹਾ ਹੈ। ਜਿਹੜੀ ਗੱਲ ਕਬੀਰ ਜੀ ਕਹਿੰਦੇ ਨਿਰਭੈਤਾ ਉਹਦੇ ਜੀਵਨ ਅੰਦਰ ਆਉਂਦੀ ਹੈ ਜਿਹੜਾ ਜੀਵਤ ਮਿਰਤਕ ਹੋ ਗਿਆ। ਨਿਰਭੈਤਾ ਹੈ ਉਹਦੇ ਜੀਵਨ ਅੰਦਰ, ਉਹ ਡਰ ਨਹੀਂ ਰਿਹਾ ਮਨ ਅੰਦਰ। ਤੇ ਜਤ ਪੇਖੂ ਤਤ ਸੋਏ, ਉਹ ਜਿੱਧਰ ਵੀ ਵੇਂਦਾ ਹੈ ਉਹਨੂੰ ਉਧਰ ਹੀ ਆਪਣਾ ਮੁਰਸ਼ਦ, ਆਪਣਾ ਮਾਲਕ, ਉਹ ਖੁਦਾ ਨਿਰੰਕਾਰ ਦਿਸਦਾ ਹੈ, ਜਿਹਨੇ ਅੰਦਰ ਦੀ ਹਉਮੈ ਨੂੰ, ਵਾਸ਼ਨਾਵਾਂ ਨੂੰ ਮਾਰ ਲਿਆ। ਇਸੇ ਲੜੀ 'ਚ ਕਬੀਰ ਸਾਹਿਬ ਅੱਗੇ ਗੱਲ ਕਰਦੇ ਹਨ ਕਿ ਕਬੀਰ ਜਾਂ ਦਿਨ ਹਉ ਮੂਆ, ਪਾਛੇ ਭਇਆ ਆਨੰਦ। ਪਿਛਲੇ ਸ਼ਲੋਕ ਅੰਦਰ ਵੀ ਉਹਨਾਂ ਨੇ ਹਉਮੈ ਮਾਰ ਕੇ ਜਿਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ, ਇਹ ਗੱਲ ਕਹੀ। ਅੱਗੇ ਫਿਰ ਉਸੇ ਲੜੀ 'ਚ ਕਬੀਰ ਜੀ ਕਹਿੰਦੇ ਜਦੋਂ ਹਉਮੈ ਮੁੱਕ ਜਾਂਦੀ ਹੈ ਤੇ ਫਿਰ ਜੀਵਨ ਅੰਦਰ ਆਨੰਦ ਵਰਤਦਾ ਹੈ। ਆਨੰਦ ਜੀਵਨ 'ਚ ਸੰਤੁਸ਼ਟੀ ਹੈ। ਹੰਕਾਰ ਬੰਦੇ ਦੇ ਮਨ 'ਚ ਹੋਵੇ ਤੇ ਬੰਦਾ ਸੰਤੁਸ਼ਟ ਨਹੀਂ ਹੈ। ਹਜ਼ਾਰਾਂ ਸਿਰ ਝੁਕਾ ਰਹੇ ਹੋਣ, ਉਹਨੂੰ ਉਹ ਹਜ਼ਾਰਾਂ ਝੁਕਣ ਵਾਲੇ ਨਹੀਂ ਦਿਸਦੇ ਹਨ। ਉਹਦੇ ਅੰਦਰ ਅਜੇ ਵੀ ਸੰਤੁਸ਼ਟੀ ਨਹੀਂ ਹੈ, ਕਿਉਂਕਿ ਉਹ ਉਹਨਾਂ ਵੱਲ ਵੇਂਦਾ ਪਿਆ ਹੈ ਜਿਹੜੇ ਉਹਦੇ ਅੱਗੇ ਨਹੀਂ ਝੁਕ ਰਹੇ ਹਨ। ਜਿਵੇਂ ਸਿਕੰਦਰ ਬਾਦਸ਼ਾਹ ਕਹਿੰਦੇ ਰਸਤੇ 'ਚੋਂ ਲੰਘਦਾ ਪਿਆ ਸੀ ਤੇ ਲੋਕ ਸਲਾਮਾਂ ਕਰ ਰਹੇ ਨੇ, ਪਰ ਪਿੱਛੇ ਬੈਠਾ ਇੱਕ ਫਕੀਰ ਉਹ ਸਿਕੰਦਰ ਵਾਲੇ ਪਾਸੇ ਧਿਆਨ ਨਹੀਂ ਦੇ ਰਿਹਾ। ਸਿਕੰਦਰ ਦਾ ਧਿਆਨ ਜ਼ਰੂਰ ਉਹਦੇ ਤੇ ਗਿਆ। ਹੁਣ ਹਜ਼ਾਰਾਂ ਸਿਰ ਝੁਕ ਰਹੇ ਸਨ, ਉਹਦੇ ਨਾਲ ਸਿਕੰਦਰ ਦੀ ਸੰਤੁਸ਼ਟੀ ਨਹੀਂ ਹੈ। ਮਨ ਇੱਕਦਮ ਬੇਚੈਨ ਹੋ ਗਿਆ ਕਿ ਉਹ ਇੱਕ ਸਿਰ ਮੇਰੇ ਅੱਗੇ ਕਿਉਂ ਨਹੀਂ ਝੁਕ ਰਿਹਾ, ਉਹ ਕਿਉਂ ਪਿੱਛੇ ਆਕੜ ਕੇ ਬੈਠਾ ਹੋਇਆ ਹੈ, ਕਿਉਂ? ਇਹ ਹੰਕਾਰ ਵਾਲੀ ਬਿਰਤੀ ਹੈ, ਹਉਮੈ ਵਾਲੀ ਬਿਰਤੀ। ਪਰ ਮਹਾਰਾਜ ਕਹਿੰਦੇ ਜਦੋਂ ਅੰਦਰੋਂ ਉਹ ਹੰਕਾਰ ਮੁੱਕ ਜਾਂਦਾ ਹੈ ਫਿਰ ਮਨੁੱਖ ਦਾ ਜੀਵਨ ਆਨੰਦ ਦੇ ਵਿੱਚ। ਹੁਣ ਵੇਖੋ ਹਜ਼ਾਰਾਂ ਸਿਰ ਝੁਕ ਰਹੇ ਨੇ ਫਿਰ ਵੀ ਅੰਦਰ ਸੰਤੁਸ਼ਟੀ ਨਹੀਂ ਹੈ। ਹਜ਼ਾਰਾਂ ਰੁਪਈਏ, ਲੱਖਾਂ ਕਰੋੜਾਂ ਰੁਪਈਏ ਬੰਦਾ ਜੋੜ ਲੈਂਦਾ ਹੈ ਫਿਰ ਵੀ ਸੰਤੁਸ਼ਟੀ ਨਹੀਂ ਹੈ। ਚੰਗਾ ਸਮਾਜ ਅੰਦਰ ਮਾਣ ਸਨਮਾਨ ਵੀ ਹੁੰਦਾ ਹੈ ਫਿਰ ਵੀ ਅੰਦਰ ਸੰਤੁਸ਼ਟੀ ਨਹੀਂ। ਮੇਰੀ ਹੋਰ ਬਹੁਤੀ ਜੈ ਜੈਕਾਰ ਹੋਵੇ, ਹੋਰ ਮੇਰੀ ਬਹੁਤੀ ਵਡਿਆਈ ਹੋਵੇ, ਇਹ ਲਾਲਸਾ, ਇਹ ਭੁੱਖ ਬਣੀ ਹੈ। ਹੰਕਾਰ ਇਹਦੇ ਪਿੱਛੇ। ਤੇ ਹੰਕਾਰੀ ਮਨੁੱਖ ਦੇ ਕੋਲ ਭਾਵੇਂ ਸਾਰਾ ਕੁਝ ਹੋਵੇ, ਬਾਹਰ ਦੀ ਸੰਪਦਾ, ਪਦਾਰਥ, ਵਡਿਆਈ ਤੇ ਉਹਦੇ ਕੋਲ ਹੋ ਸਕਦੀ ਹੈ, ਪਰ ਅੰਦਰ ਦਾ ਸਕੂਨ, ਅੰਦਰ ਦਾ ਆਨੰਦ ਤੇ ਅੰਦਰ ਦਾ ਟਿਕਾ ਉਹਦੇ ਅੰਦਰ ਨਹੀਂ ਹੈ, ਉਹਦੇ ਅੰਦਰ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਜਿੱਦਣ ਅੰਦਰੋਂ ਹਉਮੈ ਮੁੱਕ ਜਾਏ ਨਾ, ਉਦਣ ਬਣਦਾ ਹੈ ਅੰਦਰ ਆਨੰਦ। ਹੰਕਾਰ ਆਨੰਦ ਅਵਸਥਾ ਤੱਕ ਪਹੁੰਚਣ ਦੇ ਲਈ ਇੱਕ ਬਹੁਤ ਵੱਡੀ ਰੁਕਾਵਟ ਹੈ, ਬਹੁਤ ਵੱਡੀ ਰੁਕਾਵਟ ਹੈ। ਜਿੰਨੀ ਦੇਰ ਅੰਦਰ ਹਉਮੈ ਹੈ, ਕਿਸੇ ਦੇ ਕਹੇ ਹੋਏ ਸਧਾਰਨ ਬੋਲ ਵੀ ਅੰਦਰ ਸੂਈ ਦੀ ਤਰ੍ਹਾਂ ਚੁਭਦੇ, ਤੀਰ ਦੀ ਤਰ੍ਹਾਂ ਚੁਭਦੇ ਹਨ। ਤੇ ਜਿਸ ਦਿਨ ਅੰਦਰ ਹੰਕਾਰ ਹਉਮੈ ਮੁੱਕ ਜਾਂਦਾ ਹੈ, ਉਹ ਦਿਨ ਕੋਈ ਜੋ ਮਰਜ਼ੀ ਕਹਿੰਦਾ ਰਵੇ, ਨਿੰਦਿਆ ਕਰਦਾ ਰਵੇ, ਚੁਗਲੀਆਂ ਕਰਦਾ ਰਵੇ, ਬੰਦਾ ਉਸ ਚੀਜ਼ ਵਾਲੇ ਪਾਸੇ ਪਰਵਾਹ ਹੀ ਕੋਈ ਨਹੀਂ ਕਰਦਾ ਕਿ ਜੋ ਬੋਲਣਾ ਬੋਲੀ ਜਾਓ। ਜਿਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਕੋਈ ਭਲਾ ਕਹੋ
ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈਟ। ਅਸੀਂ ਤੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ। ਕੋਈ ਚੰਗਾ ਕਹੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਹੈ, ਕਿਉਂਕਿ ਅਸੀਂ ਗੁਰੂ ਅੱਗੇ ਇਹੀ ਕਹਿਣਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਤੇ ਜੇ ਕੋਈ ਮੰਦਾ ਕਹਿੰਦਾ ਤੇ ਆਪਾਂ ਹੱਸ ਕੇ ਉਹ ਵੀ ਝੋਲੀ 'ਚ ਪਵਾ ਲੈਣਾ ਕਿ ਠੀਕ ਹੈ, ਠੀਕ ਹੈ, ਤੁਸੀਂ ਜੋ ਕਹਿਣਾ ਸਾਨੂੰ ਕਬੂਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕਬੀਰ ਜਾਂਦਣ ਹਉ ਮੂਆ ਪਾਛੇ ਭਇਆ ਆਨੰਦ। ਧੰਨ ਗੁਰੂ ਅਮਰਦਾਸ ਸਾਹਿਬ ਅੰਮ੍ਰਿਤ ਵੇਲੇ ਜਲ ਲੈ ਕੇ ਆ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਦੇ ਲਈ। ਮੀਂਹ ਪਿਆ, ਰਸਤਾ ਗਿੱਲਾ ਸੀ ਤੇ ਰਸਤੇ 'ਚ ਜੁਲਾਹੇ ਦੀ ਖੱਡੀ ਦੇ ਇੱਕ ਕਿੱਲੀ ਦੇ ਨਾਲ ਉਹਨਾਂ ਦੇ ਪੈਰ 'ਤੇ ਠੋਕਰ ਲੱਗ ਗਈ। ਹੁਣ ਪੈਰ 'ਤੇ ਠੋਕਰ ਲੱਗੀ, ਅਮਰਦਾਸ ਸਾਹਿਬ ਡਿੱਗ ਪਏ। ਕੁਝ ਆਵਾਜ਼, ਕੁਝ ਖੜਾਕ ਆਇਆ। ਜੁਲਾਹੇ ਨੇ ਅੰਦਰੋਂ ਆਵਾਜ਼ ਦਿੱਤੀ, ਭਾਈ ਕੌਣ ਹੈ? ਇਦੋਂ ਪਹਿਲਾਂ ਕਿ ਅਮਰਦਾਸ ਸਾਹਿਬ ਕੁਝ ਬੋਲਦੇ, ਕੋਲ ਪਈ ਜੁਲਾਹੀ ਨੇ ਕਹਿ ਦਿੱਤਾ, ਹੋਣਾ ਕੌਣ ਹੈ? ਅਮਰੂ ਨੂੰ ਥਾਵਾਂ ਹੀ ਹੋਣਾ, ਇਹਨੂੰ ਨਾ ਦਿਨੇ ਚੈਨ ਹੈ ਨਾ ਰਾਤੀ ਚੈਨ ਹੈ। ਹੁਣ ਅਮਰਦਾਸ ਸਾਹਿਬ ਨੇ ਜਦੋਂ ਇਹ ਬੋਲ ਸੁਣੇ, ਕਹਿਣ ਲੱਗੇ, ਕਮਲੀਏ ਮੈਂ ਨਥਾਵਾਂ ਨਹੀਂ ਹਾਂ। ਹਾਂ ਨਥਾਵਾਂ ਸੀ, 62 ਸਾਲ ਮੈਂ ਨਥਾਵਾਂ ਹੀ ਭਟਕਦਾ ਰਿਹਾ, ਪਰ ਹੁਣ ਇਸ ਨਥਾਵੇਂ ਨੂੰ ਗੁਰੂ ਦੇ ਚਰਨ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਥਾਂ ਮਿਲ ਗਈ ਹੈ। ਹੁਣ ਮੈਂ ਨਥਾਵਾਂ ਨਹੀਂ ਰਿਹਾ, ਹੁਣ ਮੈਂ ਨਥਾਵਾਂ ਨਹੀਂ ਰਿਹਾ। ਇਹ ਵੇਖੋ ਉਹ ਬਿਰਤੀ ਹੈ ਜਿੱਥੇ ਅੰਦਰ ਹਉਮੈ ਨਹੀਂ ਹੈ, ਅੰਦਰ ਗੁਰੂ ਪ੍ਰਤੀ ਪ੍ਰੀਤ ਹੈ। ਅੰਦਰ ਪ੍ਰੀਤ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਮੈਨੂੰ ਨਥਾਵੇਂ ਨੂੰ ਵੀ ਥਾਂ ਮਿਲ ਗਈ ਹੈ। ਤੇ ਉਹ ਅਵਸਥਾ ਫਿਰ ਉਹਨਾਂ ਦੀ ਬਣੀ ਸੀ ਜਿੱਥੇ ਉਹਨਾਂ ਨੇ ਕਿਹਾ ਕਿ ਹੁਣ ਜੀਵਨ ਦੇ ਅੰਦਰ ਆਨੰਦ ਹੀ ਆਨੰਦ ਹੈ, ਤੇ ਆਨੰਦ ਕੋਈ ਬਾਹਰ ਦੀ ਗੱਲਾਂ ਬਾਤਾਂ ਦੀ ਖੇਡ ਨਹੀਂ ਜੇ। ਇਹ ਆਨੰਦ ਅਵਸਥਾ ਉਦੋਂ ਜੀਵਨ ਅੰਦਰ ਵਰਤਦੀ ਜੇ ਜਦੋਂ ਗੁਰੂ ਦੀ ਰਹਿਮਤ ਵਰਤਦੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਹੁਣ ਗੁਰੂ ਤੋਂ ਆਨੰਦ ਜਾਣਨ ਦਾ ਭਾਵ ਕੀ ਹੈ? ਕਿਉਂਕਿ ਗੁਰੂ ਸਾਡੇ ਅੰਦਰ ਦੀ ਹਉਮੈ ਖਤਮ ਕਰਦੇ ਨੇ, ਜਿਹੜੀ ਹਉਮੈ ਦੀ ਕੰਧ ਸਾਡੇ ਤੇ ਆਨੰਦ ਅਵਸਥਾ ਦੇ ਵਿੱਚ ਰੁਕਾਵਟ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸ਼ੀਠ। ਗੁਰੂ ਦਰਗਾਹ ਦਾ ਵਿਚੋਲਾ ਸਾਨੂੰ ਰੱਬ ਦੇ ਨਾਲ ਮਿਲਾਉਣ ਵਾਲਾ ਹੈ। ਤੇ ਗੁਰੂ ਇਹ ਕਲਾ ਵਰਤਾਉਂਦੇ ਕਿੱਦਾਂ ਨੇ? ਹਰ ਨਾਮੋ ਮੰਤਰ ਦਿਰੜਾਏਂਦਾ ਕੱਟੇ ਹਉਮੈ। ਜਿਹੜਾ ਹਉਮੈ ਦਾ ਰੋਗ ਸੀ, ਜਿਹੜੀ ਹਉਮੈ ਦੀ ਕੰਧ ਸੀ ਸਾਡੇ ਤੇ ਪਰਮੇਸ਼ਰ ਦੇ ਵਿੱਚ, ਉਹ ਗੁਰੂ ਕਿਰਪਾ ਕਰਕੇ ਹਉਮੈ ਦੀ ਦੀਵਾਰ ਨੂੰ ਖਤਮ ਕਰਦੇ ਨੇ ਤੇ ਫਿਰ ਜੀਵ ਉੱਥੋਂ ਤੱਕ ਪਹੁੰਚ ਜਾਂਦਾ ਜਿੱਥੇ ਆਨੰਦ ਹੀ ਆਨੰਦ ਹੈ, ਆਨੰਦ ਤੋਂ ਬਿਨਾਂ ਹੈ ਹੀ ਕੁਝ ਨਹੀਂ ਹੈ। ਕਬੀਰ ਜਾਂਦਣ ਹਉ ਮੂਆ ਪਾਛੇ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਬੀਰ ਸਾਹਿਬ ਕਹਿੰਦੇ ਸਾਨੂੰ ਹੁਣ ਸਾਡਾ ਮਾਲਕ ਮਿਲ ਗਿਆ, ਮੰਜ਼ਿਲ ਮਿਲ ਗਈ ਹੈ, ਪਰਮਾਤਮਾ ਮਿਲ ਗਿਆ ਹੈ। ਜਿਹੜੀ ਮੰਜ਼ਿਲ ਤੱਕ ਪਹੁੰਚਣਾ ਸੀ, ਮਨ ਨੂੰ ਮਨ ਦੀ ਮੰਜ਼ਿਲ ਮਿਲ ਗਈ, ਆਤਮਾ ਨੂੰ ਆਤਮਾ ਦੀ ਮੰਜ਼ਿਲ ਮਿਲ ਗਈ। ਤੇ ਹੁਣ ਕਹਿੰਦੇ ਜਿਹੜੇ ਸਾਡੇ ਸੰਗੀ ਹਨ, ਇੱਥੇ ਸੰਗੀ ਦਾ ਭਾਵ ਗਿਆਨ ਤੇ ਕਰਮ ਇੰਦਰੀਆਂ ਦੀ ਗੱਲ ਕਬੀਰ ਸਾਹਿਬ ਕਰ ਰਹੇ ਹਨ। ਕਿਉਂਕਿ ਜਦੋਂ ਮਨ ਵਾਸ਼ਨਾਵਾਂ ਵਾਲੇ ਪਾਸੇ ਭਟਕਦਾ ਹੈ, ਉਦੋਂ ਫਿਰ ਗਿਆਨ ਤੇ ਕਰਮ ਇੰਦਰੀਆਂ ਦੀ ਦੌੜ ਵੀ ਵਾਸ਼ਨਾਵਾਂ ਵਾਲੇ ਪਾਸੇ, ਵਿਕਾਰਾਂ ਵਾਲੇ ਪਾਸੇ ਹੁੰਦੀ ਹੈ। ਤੇ ਜਦੋਂ ਮਨ ਪਰਮੇਸ਼ਰ ਦੀ ਇਬਾਦਤ ਬੰਦਗੀ 'ਚ ਜੁੜ ਗਿਆ, ਪਰਮੇਸ਼ਰ 'ਚ ਜੁੜ ਗਿਆ, ਤੇ ਫਿਰ ਸਾਡੇ ਗਿਆਨ ਤੇ ਕਰਮ ਇੰਦਰੀ ਵੀ ਉਧਰ ਪਰਮੇਸ਼ਰ ਦੀ ਵਡਿਆਈ ਵਾਲੇ ਪਾਸੇ ਜੁੜਦੇ ਨੇ। ਜੇ ਮਨ ਜੁੜ ਗਿਆ ਤੇ ਫਿਰ ਇਹ ਅੱਖਾਂ ਵੀ ਸਭ 'ਚੋਂ ਰੱਬ ਵੇਂਦੀਆਂ ਹਨ। ਜੇ ਮਨ ਜੁੜ ਗਿਆ ਤੇ ਫਿਰ ਕੰਨ ਵੀ ਕਰਤੇ ਦੀ ਸਿਫਤ ਸਲਾਹ ਸੁਣਦੇ ਹਨ। ਜੇ ਮਨ ਜੁੜ ਗਿਆ ਤੇ ਫਿਰ ਪੈਰ ਵੀ ਚਰਨ ਚਲੋ ਮਾਰਗ ਗੋਬਿੰਦ ਦੇ ਰਸਤੇ ਤੇ ਚੱਲਦੇ ਹਨ, ਉਹ ਵਿਸ਼ਿਆਂ ਵਿਕਾਰਾਂ ਦੇ ਰਸਤੇ ਤੇ ਨਹੀਂ ਚੱਲਦੇ। ਸੋ ਕਬੀਰ ਜੀ ਕਹਿੰਦੇ ਮਨ ਨੂੰ ਮਨ ਦੀ ਮੰਜ਼ਿਲ ਮਿਲ ਗਈ ਤੇ ਸੰਗੀ ਭਜੈ ਗੋਬਿੰਦ। ਜਿਹੜੇ ਸਾਡੇ ਗਿਆਨ ਇੰਦਰੇ ਨੇ, ਹੁਣ ਇਹਨਾਂ ਦੀ ਵੀ ਰੱਬ ਵਾਲੇ ਪਾਸੇ ਦੀ ਰੁਚੀ ਬਣ ਗਈ ਹੈ। ਇਹ ਵੀ ਰੱਬ ਦੀ ਯਾਦ ਤੇ ਰੱਬ ਦੀ ਇਬਾਦਤ 'ਚ ਜੁੜੇ ਰਹਿੰਦੇ ਹਨ। ਅੱਗੇ ਕਬੀਰ ਸਾਹਿਬ 7 ਨੰਬਰ ਸ਼ਲੋਕ 'ਚ ਫਰਮਾਉਂਦੇ ਹਨ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਪਿਛਲੇ 2 ਸ਼ਲੋਕਾਂ ਦੀ ਲੜੀ ਤੇ ਇਹ ਉਸੇ ਲੜੀ ਦਾ ਇਹ ਅਗਲੇਰਾ ਸ਼ਲੋਕ ਹੈ। ਜਦੋਂ ਹਉਮੈ ਖਤਮ ਹੁੰਦੀ ਹੈ
ਫਿਰ ਜੀਵਨ ਅੰਦਰ ਕੀ ਤਬਦੀਲੀ ਆਉਂਦੀ ਹੈ। ਹੰਕਾਰੀ ਮਨੁੱਖ ਦੀ ਫਿਤਰਤ ਹੈ ਕਿ ਮੈਂ ਚੰਗਾ ਤੇ ਦੂਜੇ ਮਾੜੇ ਹਨ, ਮੈਂ ਸਿਆਣਾ ਤੇ ਦੂਜੇ ਕਮਲੇ ਹਨ। ਹੰਕਾਰੀ ਮਨੁੱਖ ਇਹੀ ਆਪਣੀ ਗੱਲ ਤੇ ਅੜਿਆ ਰਹਿੰਦਾ ਹੈ, ਭਾਵੇਂ ਗਲਤ ਵੀ ਹੋਵੇ ਤਾਂ ਵੀ ਅੜੀ ਛੱਡਣ ਦੇ ਲਈ ਤਿਆਰ ਨਹੀਂ। ਕਿਉਂ? ਕਿਉਂਕਿ ਮਨ ਅੰਦਰ ਹੰਕਾਰ ਦਾ ਇਹ ਭਰਮ ਹੈ ਕਿ ਮੈਂ ਸਹੀ ਹਾਂ, ਦੂਜੇ ਗਲਤ ਹਨ। ਗੱਲਾਂ ਕੁਝ ਨਹੀਂ ਹੁੰਦੀਆਂ ਹਨ। ਆਪਾਂ ਅਕਸਰ ਇਹ ਗੱਲ ਕਰਦੇ ਹਾਂ, ਪਰਿਵਾਰਾਂ ਦੇ ਝਗੜੇ ਵੀ ਹੋਣ ਤੇ ਗੱਲਾਂ ਕੁਝ ਨਹੀਂ ਹੁੰਦੀਆਂ, ਬਸ ਮਾਮੂਲੀ ਹੰਕਾਰ ਦੀ ਅੜੀ ਹੁੰਦੀ ਹੈ ਕਿ ਮੈਂ ਨਾ ਝੁਕਾਂ, ਦੂਜਾ ਝੁਕੇ, ਮੈਨੂੰ ਮਾफ़ੀ ਨਾ ਮੰਗਣੀ ਪਵੇ, ਦੂਜਾ ਮੇਰੇ ਕੋਲ ਆ ਕੇ ਮਾफ़ੀ ਮੰਗੇ। ਕੇਵਲ ਇੱਕ ਮਾਮੂਲੀ ਹੰਕਾਰ, ਜੇ ਉਹ ਬਸ 2 ਲਫ਼ਜ਼ ਕਿਸੇ ਨੇ ਹੰਕਾਰ ਛੱਡ ਕੇ ਬੋਲ ਦਿੱਤੇ ਤੇ ਸਾਰੇ ਦਾ ਸਾਰਾ ਝਗੜਾ ਮਿੰਟਾਂ ਸਕਿੰਟਾਂ 'ਚ ਹੀ ਖਤਮ ਹੋ ਜਾਂਦਾ ਹੈ। ਤੇ ਜੇ ਉਹ 2 ਲਫ਼ਜ਼ ਮਿੱਠੇ ਪਿਆਰੇ ਕੋਈ ਨਾ ਬੋਲੇ ਤੇ ਘਰ ਤਬਾਹ ਹੋ ਜਾਂਦੇ, ਬਰਬਾਦੀ ਹੋ ਜਾਂਦੀ ਹੈ, ਵੰਡੀਆਂ ਪੈ ਜਾਂਦੀਆਂ ਹਨ ਹੰਕਾਰ ਕਰਕੇ। ਕਬੀਰ ਸਾਹਿਬ ਕਹਿੰਦੇ ਕਬੀਰ ਸਭ ਤੇ ਹਮ ਬੁਰੇ। ਅਸੀਂ ਹੰਕਾਰ ਐਵੇਂ ਅੜੀ ਨਹੀਂ ਕਰਦੇ। ਕਬੀਰ ਸਾਹਿਬ ਕਹਿੰਦੇ ਅਸੀਂ ਕਬੂਲ ਕਰਦੇ ਹਾਂ ਅਸੀਂ ਸਭ ਤੋਂ ਬੁਰੇ ਹਾਂ, ਅਸੀਂ ਸਭ ਤੋਂ ਮਾੜੇ। ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਸਾਰੇ ਹੀ ਚੰਗੇ ਭਾਈ, ਮੈਂ ਹੀ ਸਾਰਿਆਂ ਤੋਂ ਮਾੜਾ ਸਹੀ। ਇਹ ਹਉਮੈ ਛੱਡਣ ਤੋਂ ਬਾਅਦ ਵਾਲੀ ਬਿਰਤੀ, ਹੰਕਾਰ ਤਿਆਗਣ ਤੋਂ ਬਾਅਦ ਵਾਲੀ ਅਵਸਥਾ। ਜੇ ਕੋਈ ਮਾੜਾ ਕਹਿੰਦਾ ਹੈ, ਮਾੜੇ ਕਹਿਣ ਵਾਲੇ ਦੇ ਮਾੜੇ ਬੋਲ ਵੀ ਹੱਸ ਕੇ ਝੋਲੀ 'ਚ ਪਵਾ ਲੈਣੇ। ਠੀਕ ਹੈ, ਜੇ ਤੂੰ ਕਹਿ ਰਿਹਾ ਮੈਂ ਮਾੜਾ, ਮੈਂ ਕਬੂਲ ਕਰਦਾ ਹਾਂ ਮੈਂ ਮਾੜਾ, ਮੈਂ ਪ੍ਰਵਾਨ ਕਰਦਾ ਹਾਂ ਮੈਂ ਮਾੜਾ। ਮਹਾਰਾਜ ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਬੀਰ ਸਾਹਿਬ ਕਹਿੰਦੇ ਜਿਨ੍ਹੇ ਇਸ ਵਿਚਾਰ ਨੂੰ, ਇਸ ਬਰੀਕੀ ਨੂੰ ਸਮਝ ਲਿਆ, ਉਹਨਾਂ ਦਾ ਆਪਣਾ ਜੀਵਨ ਤੇ ਇੱਥੇ ਖੜਾ ਹੈ ਕਿ ਮੈਂ ਬੁਰਾ ਹਾਂ, ਦੂਜੇ ਚੰਗੇ ਹਨ। ਤੇ ਨਾਲ ਦੀ ਨਾਲ ਉਹ ਕਹਿੰਦੇ ਜਿਨ੍ਹੇ ਵੀ ਇਸ ਚੀਜ਼ ਨੂੰ ਸਮਝ ਲਿਆ, ਸਾਡੀ ਮਿੱਤਰਤਾ ਵੀ ਉਹਨਾਂ ਦੇ ਨਾਲ ਹੈ, ਕਿਉਂਕਿ ਭਗਤਾਂ ਦੀ ਮਿੱਤਰਤਾ ਹੰਕਾਰੀਆਂ ਦੇ ਨਾਲ ਨਹੀਂ ਹੁੰਦੀ। ਵੈਸੇ ਵੀ ਸੰਸਾਰ ਅੰਦਰ ਇਹ ਮਨ ਮਿਲਿਆਂ ਦੇ ਮੇਲੇ ਦੁਨੀਆ ਲੱਖ ਵਸਦੀ, ਹੰਕਾਰੀਆਂ ਦੀ ਸਾਂਝ ਹੰਕਾਰੀਆਂ ਦੇ ਨਾਲ ਹੁੰਦੀ। ਇੱਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਲੋਕ ਵੀ ਹੈ, ਉਹ ਕਹਿੰਦੇ ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਤੁਰਦਿਆਂ ਦਾ ਸਾਥ ਤੁਰਦਿਆਂ ਦੇ ਨਾਲ ਹੁੰਦਾ ਹੈ, ਉੱਡਦਿਆਂ ਦਾ ਸਾਥ ਉੱਡਦਿਆਂ ਦੇ ਨਾਲ, ਜਿਉਂਦਿਆਂ ਦਾ ਸਾਥ ਜਿਉਂਦਿਆਂ ਦੇ ਨਾਲ, ਤੇ ਮੁਰਦਿਆਂ ਦੀ ਸਾਂਝ ਮੁਰਦਿਆਂ ਦੇ ਨਾਲ ਹੁੰਦੀ ਹੈ। ਹੰਕਾਰ ਕਰਕੇ ਜਿਹੜੇ ਮਰੇ ਪਏ ਹਨ ਉਹਨਾਂ ਦੀ ਸਾਂਝ ਵੀ ਹੰਕਾਰੀਆਂ ਦੇ ਨਾਲ ਹੋਏਗੀ। ਤੇ ਜਿਨ੍ਹਾਂ ਦੇ ਜੀਵਨ 'ਚ ਨਿਮਰਤਾ ਹੈ, ਉਹਨਾਂ ਦਾ ਜਿਹੜਾ ਸੰਗ ਹੈ, ਸਾਥ ਹੈ, ਉਹ ਉਸੇ ਤਰ੍ਹਾਂ ਦਾ ਹੁੰਦਾ ਹੈ ਜਿੱਦਾਂ ਦੀ ਮਨੁੱਖ ਦੀ ਆਪਣੀ ਬਿਰਤੀ ਤੇ ਆਪਣਾ ਸੁਭਾਅ ਹੋਵੇ, ਉੱਦਾਂ ਦੇ ਉਹਦੇ ਮਿੱਤਰ ਤੇ ਉਹਦੇ ਸੱਜਣ ਬਣਦੇ ਨੇ। ਸੋ ਕਬੀਰ ਸਾਹਿਬ ਨੇ ਨਿਮਰਤਾ 'ਚ ਰਹਿਣ ਵਾਲੇ, ਹਉਮੈ ਛੱਡ ਕੇ ਪਰਮਾਤਮਾ ਦੀ ਇਬਾਦਤ ਬੰਦਗੀ ਦੇ ਰਸਤੇ ਤੇ ਚੱਲਣ ਵਾਲੇ, ਤੇ ਕਹਿੰਦੇ ਜਿਨ੍ਹੇ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਨੂੰ, ਜੀਵਨ ਜੁਗਤੀ ਨੂੰ ਆਪਣੇ ਜੀਵਨ ਅੰਦਰ ਅਪਣਾ ਲਿਆ, ਮੀਤ ਹਮਾਰਾ ਸੋਏ। ਤੇ ਵੇਖੋ, ਜੇ ਅਸੀਂ ਕਬੀਰ ਸਾਹਿਬ ਦੇ ਮਿੱਤਰ ਬਣਨਾ ਚਾਹੁੰਦੇ ਹਾਂ, ਉਹਨਾਂ ਤਰੀਕਾ ਸਾਨੂੰ ਦੱਸ ਦਿੱਤਾ ਜੇ। ਆਪਣੇ ਜੀਵਨ 'ਚ ਇਹ ਅਪਣਾ ਲਈਏ ਕਿ ਮੈਂ ਮਾੜਾ ਹਾਂ ਬਾਕੀ ਚੰਗੇ ਹਨ, ਮੈਂ ਮਾੜਾ ਹਾਂ ਬਾਕੀ ਚੰਗੇ ਹਨ। ਜੇ ਇੱਦਾਂ ਦਾ ਸੁਭਾਅ, ਇੱਦਾਂ ਦਾ ਜੀਵਨ ਬਣਾ ਲਿਆ, ਹੰਕਾਰ ਹਉਮੈ ਦੀ ਅੜੀ ਨੂੰ ਛੱਡ ਦਿੱਤਾ, ਤੇ ਫਿਰ ਕਬੀਰ ਸਾਹਿਬ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਹੈ ਉਹ ਇੱਕ ਮਿੱਤਰ ਵਾਲਾ, ਇੱਕ ਪਰਮ ਮਿੱਤਰ ਵਾਲਾ ਬਣ ਸਕਦਾ ਹੈ। ਗੁਰੂ ਕਿਰਪਾ ਕਰੇ। ਅੱਜ ਦੇ ਤਿੰਨਾਂ ਹੀ ਸਲੋਕਾਂ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਉਮੈ ਛੱਡਣ ਦਾ, ਹੰਕਾਰ ਛੱਡਣ ਦਾ ਉਪਦੇਸ਼ ਬਖਸ਼ਿਆ ਹੈ, ਔਰ ਸਮੁੱਚੀ ਬਾਣੀ ਨੇ ਵਾਰ-ਵਾਰ ਇਹ ਚੀਜ਼ ਸਾਨੂੰ ਦ੍ਰਿੜ ਕਰਵਾਈ ਹੈ ਕਿ ਹਉਮੈ ਚੰਗੀ ਨਹੀਂ ਹੈ, ਹਉਮੈ ਨੁਕਸਾਨ ਦਾ ਕਾਰਨ ਬਣਦੀ ਹੈ, ਪਰਸਨਲੀ ਤੌਰ ਤੇ ਵੀ ਔਰ ਪਰਿਵਾਰਕ ਤੌਰ ਤੇ, ਸਮਾਜਿਕ ਤੌਰ ਤੇ, ਪੰਥਕ ਤੌਰ ਤੇ ਵੀ। ਹੰਕਾਰ ਕਰਕੇ ਅੱਜ ਆਪਾਂ ਵੇਖਦੇ ਹਾਂ ਕਿੱਦਾਂ ਦੇ ਝਗੜੇ ਬਖੇੜੇ ਚੱਲ ਰਹੇ ਨੇ, ਛੋਟੀਆਂ ਹੰਕਾਰ ਦੀਆਂ ਅੜੀਆਂ ਕਰਕੇ। ਸੋ ਗੁਰੂ ਕਿਰਪਾ ਕਰੇ, ਹਉਮੈ ਹੰਕਾਰ ਛੱਡ ਕੇ ਨਿਮਰਤਾ ਦੇ ਰਸਤੇ ਤੇ ਚੱਲੀਏ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ। ਸਤਿਗੁਰ